ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 13ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀ ਇਹ ਸੰਸਾਰੋ। ਲੱਭ ਲੋਭ ਮੂਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਤਰ ਉੱਪਰ ਛਾਰੋ। ਸੁਣ ਸੁਣ ਸਿੱਖ ਹਮਾਰੀ, ਸਕਰਤ ਕੀਤਾ ਰਹਿਸੀ ਮੇਰੇ ਜੀੜੇ। ਬੌੜਨ ਆਵੇ ਵਾਰੀ ਰਹਾਓ, ਹੋ ਤੁਧ ਆਖਾਂ ਮੇਰੀ ਕਾਇਆ, ਤੂੰ ਸਿੱਖ ਹਮਾਰੀ। ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਇਤ ਬਾਰੀ। ਵੇਲ ਪਰਾਈ ਜੋ ਏ ਜੀੜੇ, ਕਰੇ ਚੋਰੀ ਬਰਿਆਈ। ਹੰਸ ਚੱਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਈਏ ਨਾਰੀ। ਤੂੰ ਕਾਇਆ ਰਹੀਏ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕਰ ਚੋਰੀ ਮੈਂ ਜਾ ਕੁਛ ਲਿਆ, ਤਾਂ ਮਨ ਭਲਾ ਪਾਇਆ। ਹਲਤ ਨ ਸੋਭਾ ਪਲਤ ਨ ਢੋਈ, ਐਹਲਾ ਜਨਮ ਗਵਾਇਆ। ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨ ਪੁੱਛੇ ਕੋਈ ਰਹਾਓ। ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ। ਕਿਸੀ ਨਾਲ ਨ ਚੱਲੇ ਨਾਨਕ, ਚੜ ਚੜ ਪਏ ਗਵਾਰਾ। ਕੂਜਾ ਮੇਵਾ ਮੈਂ ਸਭ ਕੁਝ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਦੇ ਦੇ ਨੀਂਦ ਦਿਵਾਲ ਉਸਾਰੀ, ਪਸ ਮੰਦਰ ਕੀ ਢੇਰੀ। ਸੰਚੇ ਸੰਚ ਨ ਦੇਈ ਕਿਸੀ, ਅੰਧ ਜਾਣੇ ਸਭ ਮੇਰੀ। ਸੋਇਨ ਲੰਕਾ ਸੋਇਨ ਮਾੜੀ, ਸੰਪੇ ਕਿਸੇ ਨ ਕੇਰੀ। ਸੁਣ ਮੂਰਖ ਮਨ ਅਜਾਣਾ, ਹੋਗ ਤਸੇ ਕੋ ਕਾ ਪਾਣਾ ਰਹਾਓ। ਸਾ ਹਮਾਰਾ ਠਾਕਰ ਭਾਰਾ, ਹਮ ਤਿਸਕੇ ਵਣਜਾਰੇ। ਜਿਉ ਪਿੰਡ ਸਭ ਰਾਸ ਤਿਸੇ ਕੀ, ਮਾਰ ਆਪ ਜਿਵਾਲੇ। ਸਾ ਹਮਾਰਾ ਠਾਕਰ ਭਾਰਾ, ਹਮ ਤਿਸਕੇ ਵਣਜਾਰੇ। ਜਿਉ ਪਿੰਡ ਸਭ ਰਾਸ ਤਿਸੇ ਕੀ, ਮਾਰ ਆਪ ਜਿਵਾਲੇ। ਇਸ ਸ਼ਬਦ ਵਿੱਚ ਕਾਇਆ ਦੇ ਅਤੇ ਜੀੜੇ ਦੇ ਸਵਾਲ ਜਵਾਬ ਹਨ ਜੀ। ਗੁਰੂ ਜੀ ਇਸ ਸ਼ਬਦ ਵਿੱਚ ਦੱਸਦੇ ਹਨ ਕਿ ਜੀਵ ਆਤਮਾ ਦੀ ਇਹ ਵਿਚਾਰ ਹੈ ਕਿ ਆਪਣੇ ਆਪ ਨੂੰ ਅਮਰ ਜਾਣਨ ਵਾਲੀ ਦੇਹ ਸੌਖੀ ਰਹਿ ਸਕਦੀ ਹੈ ਜੀ, ਜੇ ਇਸ ਨੂੰ ਇਹ ਤੱਤ ਸਮਝ ਆ ਜਾਵੇ ਕਿ ਇਹ ਸੰਸਾਰ ਇੱਕ ਖੇਡ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਜੀਵ ਆਤਮਾ ਨੂੰ, ਕਾਇਆ ਨੂੰ ਸੰਬੋਧਿਤ ਰੂਪ ਵਿੱਚ ਤਾੜਨਾ ਕਰਦਾ ਹੈ ਕਿ ਹੇ ਕਾਇਆ, ਤੂੰ ਲੱਭ ਲੋਭ ਆਦਿ ਬਹੁਤ ਝੂਠ ਕੂੜ ਵਿਕਾਰ ਕਮਾਉਂਦੀ ਹੈ ਅਤੇ ਇਸੇ ਪ੍ਰਭਾਵ ਹੇਠ ਤੂੰ ਬਹੁਤ ਭਾਰ ਚੁੱਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਕਾਇਆ, ਮੈਂ ਤੈਨੂੰ ਰੁਲਦੀ ਹੋਈ ਨੂੰ ਇਉਂ ਵੇਖਿਆ ਹੈ ਜਿਵੇਂ ਕਿ ਧਰਤੀ ਉੱਤੇ ਸਵਾਹ ਮਿੱਟੀ ਰੁਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੁਣ ਕਾਇਆ ਉੱਤਰ ਦਿੰਦੀ ਹੈ ਜੀ, ਹੇ ਮੇਰੇ ਜੀਵੜੇ, ਤੂੰ ਮੇਰੀ ਸਿੱਖਿਆ ਚੰਗੀ ਤਰ੍ਹਾਂ ਸੁਣ। ਚੰਗਾ ਕੀਤਾ ਹੋਇਆ ਕੰਮ ਸਦੀ ਵੀ ਰਹੇਗਾ ਜੀ। ਇਸ ਲਈ ਤੂੰ ਨੇਕੀ ਦੀ ਕਾਰ ਕਰ। ਮੁੜ ਮੁੜ ਕੇ ਮਨੁੱਖਾ ਦੇਹੀ ਦੀ ਵਾਰੀ ਫਿਰ ਨਹੀਂ ਆਉਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵੜਾ ਆਖਦਾ ਹੈ ਕਿ ਹੇ ਮੇਰੀ ਕਾਇਆ, ਮੈਂ ਤੈਨੂੰ ਆਖਦਾ ਹਾਂ ਕਿ ਤੂੰ ਮੇਰੀ ਗੱਲ, ਮੇਰੀ ਸਿੱਖਿਆ, ਮੇਰੀ ਸਲਾਹ ਸੁਣ ਅਤੇ ਤੂੰ ਪਰਾਈ ਨਿੰਦਾ ਦਾ ਚਿੰਤਨ ਕਰਦੀ ਹੈ ਅਤੇ ਝੂਠੀ ਚੁਗਲੀ ਕਰਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਕਾਇਆ ਫਿਰ ਆਖਦੀ ਹੈ, ਹੇ ਮੇਰੇ ਜੀਵੜੇ, ਤੂੰ ਪਰਾਈ ਇਸਤਰੀ ਵੱਲ ਭੈੜੀ ਨਜ਼ਰ ਨਾਲ ਤੱਕਦਾ ਹੈ। ਚੋਰੀ
ਅਤੇ ਬਰਿਆਈ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਉੜਾ ਫਿਰ ਆਖਦਾ ਹੈ ਕਿ ਹੇ ਕਾਇਆ, ਜਦੋਂ ਜੀਵ ਆਤਮਾ ਉਡਾਰੀ ਮਾਰ ਜਾਂਦਾ ਹੈ, ਤੂੰ ਪਿੱਛੇ ਰਹਿ ਜਾਂਦੀ ਹੈ ਅਤੇ ਤੂੰ ਇਸ ਤਰ੍ਹਾਂ ਹੋ ਜਾਂਦੀ ਹੈ ਜਿਸ ਤਰ੍ਹਾਂ ਜਿਵੇਂ ਕੋਈ ਛੁੱਟੜ ਰੂਪ ਇਸਤਰੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵਾਤਮਾ ਆਖਦਾ ਹੈ, ਹੇ ਕਾਇਆ, ਤੂੰ ਸੁਪਨੇ ਵਿੱਚ ਰਹਿੰਦੀ ਹੈ, ਤੂੰ ਦੱਸ ਖਾਂ ਇਸ ਸੰਸਾਰ ਵਿੱਚ ਆ ਕੇ ਤੂੰ ਕਿਹੜਾ ਚੰਗਾ ਕਰਮ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਜਦ ਚੋਰੀ ਕਰਕੇ ਕੁਛ ਮਾਲ ਧਨ ਪ੍ਰਾਪਤ ਕਰ ਲਿਆ ਤਾਂ ਮੇਰੇ ਮਨ ਵਿੱਚ ਉਹ ਚੰਗਾ ਲੱਗਾ। ਇਸ ਤਰ੍ਹਾਂ ਨਾ ਤੇਰੀ ਇਸ ਲੋਕ ਵਿੱਚ ਸ਼ੋਭਾ ਹੋਈ ਅਤੇ ਨਾ ਤੈਨੂੰ ਪਰਲੋਕ ਵਿੱਚ ਢੋਈ ਮਿਲੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇੱਕ ਤਰ੍ਹਾਂ ਤੂੰ ਆਪਣਾ ਜਨਮ ਆਪ ਹੀ ਵਿਅਰਥ ਗਵਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕਾਇਆ ਇਉਂ ਆਖਦੀ ਹੈ, ਹੇ ਬਾਬਾ, ਮੈਂ ਅਜਿਹੀ ਦਸ਼ਾ ਵਿੱਚ ਬਹੁਤ ਦੁਖੀ ਹੋਈ ਹਾਂ, ਕੋਈ ਵੀ ਮੇਰੀ ਬਾਤ ਸਾਰ ਨਹੀਂ ਪੁੱਛਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਕਿਸੇ ਕੋਲ ਅਰਬ ਦੇਸ਼ ਦੇ ਤੁਰਕੀ ਘੋੜੇ, ਸੋਨਾ ਚਾਂਦੀ ਅਤੇ ਕੱਪੜਿਆਂ ਦੇ ਭਾਰ ਹੋਣ ਤਾਂ ਵੀ ਹੇ ਮੂਰਖ ਮਨੁੱਖ, ਉਹ ਮਰਨ ਸਮੇਂ ਕਿਸੇ ਨਾਲ ਵੀ ਨਹੀਂ ਜਾਂਦੇ ਜੀ, ਸਗੋਂ ਝੜ ਝੜ ਕੇ ਇੱਥੇ ਹੀ ਡਿੱਗ ਪੈ ਰਹਿ ਜਾਂਦੇ ਹਨ। ਭਾਵ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤੋਂ ਛੁੱਟ ਮੈਂ ਮਿਸਰੀ ਮੇਵਾ ਆਦਿ ਸਭ ਕੁਝ ਚੱਖ ਕੇ ਵੇਖ ਲਿਆ ਹੈ ਅਤੇ ਤੱਤ ਇਹ ਹੈ ਕਿ ਹੇ ਪਰਮੇਸ਼ਰ, ਇੱਕ ਤੇਰਾ ਗੁਰਸ਼ਬਦ ਗੁਰਬਾਣੀ ਨਾਮ ਹੀ ਅੰਮ੍ਰਿਤ ਰੂਪ ਮਿੱਠਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗਹਿਰੀਆਂ ਨੀਵਾਂ ਖੁਦਵਾ ਕੇ ਕੰਧਾਂ ਦੀ ਸਾਰੀ ਕਰਵਾਈ ਅਤੇ ਮੰਦਰ ਬਣਵਾਏ, ਪਰ ਉਹ ਮੰਦਰ ਵੀ ਢਹਿਰੀ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸੇ ਤਰ੍ਹਾਂ ਮਨੁੱਖ ਮਾਇਆ ਇਕੱਠੀ ਕਰ ਕਰਕੇ ਕਿਸੇ ਹੋਰ ਨੂੰ ਨਹੀਂ ਦਿੰਦਾ, ਸਗੋਂ ਇਹ ਅਗਿਆਨੀ ਇਹ ਸਮਝਦਾ ਹੈ ਕਿ ਸਾਰੀ ਜਾਇਦਾਦ ਮੇਰੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸੋਨੇ ਦੀ ਲੰਕਾ, ਸੋਨੇ ਦੀਆਂ ਮਾੜੀਆਂ ਅਤੇ ਹੋਰ ਸੰਪਦਾ ਕਿਸੇ ਦੀ ਆਪਣੀ ਨਹੀਂ ਬਣੀ, ਭਾਵ ਕਿਸੇ ਦੇ ਨਾਲ ਨਹੀਂ ਗਈ ਜੀ। ਇਹ ਸਭ ਕੁਛ ਇੱਥੇ ਹੀ ਰਹਿ ਜਾਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਡਾ ਸ਼ਾਹ ਵੱਡਾ ਮਾਲਕ ਪਰਮੇਸ਼ਰ ਹੈ ਅਤੇ ਅਸੀਂ ਉਸਦੇ ਵਣਜਾਰੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਜਿਉੜਾ ਸਰੀਰ ਅਤੇ ਸਾਰੀ ਪੂੰਜੀ ਉਸ ਪਰਮੇਸ਼ਰ ਦੀ ਹੈ ਜੋ ਆਪ ਹੀ ਜੀਵਦਿਆਂ ਮਾਰ ਕੇ ਫਿਰ ਜਿੰਦਾ ਕਰ ਦਿੰਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ, ਜਿਸ ਤਰ੍ਹਾਂ ਗੁਰੂ ਜੀ ਇਸ ਪੰਕਤੀਆਂ ਵਿੱਚ, ਇਹਨਾਂ ਪੰਕਤੀਆਂ ਵਿੱਚ ਕਹਿੰਦੇ ਹਨ, ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀ ਇਹ ਸੰਸਾਰੋ, ਲੱਭ ਲੋ ਮੂਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਭਾਵ ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਨਣ ਵਿੱਚ ਹੀ ਲੱਗਾ ਰਹਿੰਦਾ ਹੈ। ਇਹ ਨਹੀਂ ਸਮਝਦਾ ਕਿ ਇਹ ਜਗਤ ਇੱਕ ਖੇਡ ਤਮਾਸ਼ਾ ਹੀ ਹੈ ਜੀ ਅਤੇ ਇਹ ਇੱਥੇ ਸਿਰ ਆਪਣਾ ਖੇਡਣ ਆਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕਾਇਆ ਅਤੇ ਜੀਵ ਆਤਮਾ ਦਾ ਪਰਸਪਰ ਸੰਵਾਦ ਜਿਸ ਰੀਤੀ ਨਾਲ ਉਹਨਾਂ ਨੇ ਵਰਣਨ ਕੀਤਾ ਹੈ, ਉਹ ਮਨ ਨੂੰ
ਡੁੰਬਣ ਵਾਲਾ ਹੈ ਜੀ। ਮਨੁੱਖ ਦੀ ਰੁਚੀ ਦੁਨਿਆਵੀ ਪਦਾਰਥਾਂ ਦੇ ਭੋਗਾਂ, ਮਾਲ, ਧਨ ਜੋੜਨ ਅਤੇ ਮਹਿਲ ਮਾੜੀਆਂ ਸਾਰਨ ਵੱਲ ਵਧੇਰੇ ਲੱਗਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵਾਹਿਗੁਰੂ ਦਾ ਗੁਰਸ਼ਬਦ, ਗੁਰਬਾਣੀ, ਨਾਮ ਸਿਮਰਨ ਨਹੀਂ ਕਰਦੇ ਜੀ। ਮਨੁੱਖਾ ਜਨਮ ਦੀ ਵਾਰੀ ਵੀ ਛੇਤੀ ਛੇਤੀ ਨਹੀਂ ਆਉਂਦੀ ਜੀ। 84 ਲੱਖ ਜੂਨਾਂ ਦੇ ਦੁੱਖ ਭੋਗਣ ਤੋਂ ਬਾਅਦ ਹੀ ਮਿਲਦੀ ਹੈ ਜੀ। ਇਸ ਲਈ ਅਜਾਣ ਮਨ ਨੂੰ ਸਮਝਾ ਕੇ ਹਲੂਣਾ ਦਿੱਤਾ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ, ਕਿਸੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਕਿ ਇਹ ਸਭ ਕੁਝ ਜੋ ਵੀ ਅਸੀਂ ਇਕੱਠਾ ਕੀਤਾ ਹੈ, ਇਹ ਸਭ ਕੁਝ ਝੜ ਝੜ ਕੇ ਬਲ ਬਲ ਕੇ ਸਾਡੇ ਤੋਂ ਅਖੀਰ ਵੇਲੇ ਇੱਥੇ ਹੀ ਰਹਿ ਜਾਣਾ ਹੈ ਜੀ, ਸੜ ਜਾਣਾ ਹੈ ਜੀ। ਕਿਸੇ ਨੇ ਨਾਲ ਨਹੀਂ ਜਾਣਾ ਜੀ। ਗੁਰੂ ਜੀ ਸਾਨੂੰ ਸਬਰ, ਸੰਤੋਖ ਤੇ ਸ਼ੁਕਰਾਨੇ ਵਾਲਾ ਜੀਵਨ ਬਿਤਾਉਣ ਦੀ ਇਸ ਸ਼ਬਦ ਵਿੱਚ ਸੁੰਦਰ ਸੇਧ ਦਿੰਦੇ ਹਨ ਜੀ। ਜਿਸ ਤਰ੍ਹਾਂ ਗੁਰਬਾਣੀ ਦੀਆਂ ਇੰਨੀਆਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ, ਕੇਵਲ ਇਹੋ ਵਸਤੂ ਹੀ ਨਾਲ ਜਾਣ ਵਾਲੀ ਹੈ ਜੀ। ਇਸ ਲਈ ਉਸ ਸ਼ਾਹ ਦੇ ਵੰਜਾਰੇ ਬਣ ਕੇ ਇੱਕ ਅੰਮ੍ਰਿਤ ਨਾਮ ਤੁਮਾਰਾ ਦਾ ਰਸ ਮਾਣਦੇ ਹੋਏ ਆਪਣਾ ਜਨਮ ਸਫਲ ਕਰਨ ਲਈ ਪਰਦੇਸੀ ਜੀੜੇ ਨੂੰ ਇਹ ਚੇਤਾਵਨੀ ਦੇਣ ਦੀ ਲੋੜ ਹੈ ਜੀ। ਭਾਵ ਸਾਨੂੰ ਗੁਰਸ਼ਬਦ, ਗੁਰਬਾਣੀ ਰਾਹੀਂ ਆਪਣੇ ਆਪ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਜੀ ਕਿ ਅਸੀਂ ਇਸ ਸੰਸਾਰ ਵਿੱਚ ਇੱਕ ਪਰਦੇਸੀ ਦੀ ਤਰ੍ਹਾਂ ਹਾਂ ਜੀ, ਕਿਉਂਕਿ ਹਮੇਸ਼ਾ ਨਹੀਂ ਰਹਿਣਾ ਜੀ। ਫਿਰ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, 184 ਪਰਮ ਤਿਆ, ਦੁਰਲਭ ਜਨਮ ਪਾਇਓ, ਨਾਨਕ ਨਾਮ ਸਮਾਲ ਤੂੰ, ਸੋ ਦਿਨ ਨੇੜਾ ਆਇਓ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।